ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਹੋਸਟ ਤੇ ਦੋਸਤ ਦਲਜੀਤ ਜਨੋਹਾ। ਅੱਜ ਅਸੀਂ ਸਮਾਜ ਦੇ ਵੱਖ-ਵੱਖ ਵਰਗਾਂ ਦੇ ਉਹਨਾਂ ਲੋਕਾਂ ਦੇ ਨਾਲ ਗੱਲ ਕੀਤੀ ਜੇ ਸਿੰਘੂ ਬਾਰਡਰ ਤੇ ਪਿਛਲੇ ਦਿਨੀ ਬੇਅਦਬੀ ਦੇ ਆਰੋਪ ਦੇ ਵਿੱਚ ਲਖਵੀਰ ਸਿੰਘ ਨੂੰ ਨਿਹੰਗ ਸਿੰਘਾਂ ਵੱਲੋਂ ਬੁਰੀ ਤਰ੍ਹਾਂ ਵੱਢ ਕੇ ਮਾਰਿਆ ਗਿਆ, ਉਹਦੀ ਨਿਰਮਮ ਹੱਤਿਆ ਕੀਤੀ ਗਈ। ਇਸ ਸੰਬੰਧੀ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਕੀ ਕਿਹਾ, ਆਓ ਦੇਖਦੇ ਹਾਂ। ਹਾਂਜੀ ਸਰ, ਜਿਹੜਾ ਨਿਹੰਗ ਸਿੰਘ ਵੱਲੋਂ ਆਪਣੇ ਲਖਵੀਰ ਸਿੰਘ ਦੇ ਨਾਲ ਘਟਨਾ ਵਾਪਰੀ ਜਾਂ ਉਹਨਾਂ ਨੂੰ ਮਾਰਿਆ ਗਿਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਿਸ ਤਰ੍ਹਾਂ ਲੈ ਰਹੇ ਹੋ ਉਹਨੂੰ? देखो, दिल्ली बॉर्डर ਤੇ ਬੇਸ਼ੱਕ ਲੰਬੇ ਸਮੇਂ ਤੋਂ ਸਾਡੇ ਕਿਸਾਨ ਬੈਠੇ ਆ, ਉਹਨਾਂ ਦੇ ਨਾਲ ਬਹੁਤ ਸਾਰੀਆਂ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ ਵੀ ਉੱਥੇ ਮੋਰਚਾ ਗੱਡੀ ਬੈਠੀਆਂ। ਪਰ ਇਹ ਜਿਹੜੀ ਘਟਨਾ ਹੋਈ ਹੈ, ਇਹ ਘਟਨਾ ਇੱਕ ਵੱਖਰੇ ਕਿਸਮ ਦੀ ਘਟਨਾ ਹੈ ਔਰ ਇਹਨੇ ਸਾਰੇ ਸਿੱਖ ਪੰਥ ਵਿੱਚ ਵਿਸ਼ੇਸ਼ ਤੌਰ ਦੇ ਉੱਪਰ ਵੱਖ-ਵੱਖ ਤਰ੍ਹਾਂ ਦਾ ਜਿਹੜਾ ਆ ਉਹ ਸ਼ੰਕੇ ਪੈਦਾ ਕੀਤੇ ਆ। ਔਰ ਜਿਸ ਬੰਦੇ ਦਾ ਉੱਥੇ ਕਤਲ ਕਰਕੇ ਜਿਸ ਤਰੀਕੇ ਦੇ ਨਾਲ ਉਹਨੂੰ ਟੰਗ ਦਿੱਤਾ ਗਿਆ, ਇੱਕ ਮੈਂ ਸਮਝਦਾ ਕਿ ਮਨੁੱਖੀ ਅਧਿਕਾਰਾਂ ਦੇ ਉਲਟ ਗੱਲ ਗਈ ਆ। ਠੀਕ ਹੈ, ਕੋਈ ਬੰਦਾ ਦੋਸ਼ੀ ਆ, ਉਹਨੂੰ ਸਜ਼ਾ ਦੇਣ ਵਾਸਤੇ ਢੰਗ ਤਰੀਕੇ ਆ, ਸਾਡੇ ਜੁਡੀਸ਼ਰੀ ਆ ਜਾਂ ਹੋਰ ਪਹਿਲਾਂ ਉਹਦਾ ਦੇਖਿਆ ਜਾਂਦਾ, ਫਿਰ ਸਜ਼ਾ ਮਿਲਦੀ ਆ। ਆਪੇ ਹੀ ਸਾਰਾ ਕੁਝ ਗੱਲ ਕਰਕੇ ਆਪੇ ਸਜ਼ਾ ਦੇ ਦੇਣੀ, ਇਹ ਸ਼ਾਇਦ ਸੰਵਿਧਾਨਕ ਤੌਰ 'ਤੇ ਠੀਕ ਨਹੀਂ। ਦੇਖਣ ਵਾਲੀ ਗੱਲ ਇਹ ਹੈ ਕਿ ਅੱਜ ਜਿਹੜੇ ਵੱਖ-ਵੱਖ ਚਾਹੇ ਸਿੱਖ ਪੰਥ ਦੇ ਜਥੇਬੰਦੀਆਂ ਆ ਜਾਂ ਹੋਰ ਆ ਜਾਂ ਸਰਕਾਰਾਂ ਦੀ ਇਨਵੋਲਵਮੈਂਟ ਮੀਡੀਆ ਰਾਹੀਂ ਜਿਵੇਂ ਪਤਾ ਲੱਗ ਰਿਹਾ ਕਿ ਜਿਹੜੇ ਨਿਹੰਗ ਸਿੰਘ ਵਾ ਉਹਨਾਂ ਦੀ ਕਿੱਥੇ ਇਨਵੋਲਵਮੈਂਟ ਵਾ, ਚਾਹੇ ਬੀਜੇਪੀ ਨਾਲ ਸਾਂਝ ਆ ਜਾਂ ਹੋਰ ਪਾਸੇ ਸਾਂਝ ਵਾ, ਕਈਆਂ ਦੀਆਂ ਪਿਛਲੇ ਜਿਹੜਾ ਕ੍ਰਿਮੀਨਲ ਰਿਕਾਰਡ ਜਿਹੜਾ ਸਾਹਮਣੇ ਆ ਰਿਹਾ, ਇਹ ਸਾਰੀਆਂ ਗੱਲਾਂ ਅੱਜ ਬੜਾ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਆ ਕਿ ਕਿਤੇ ਇਹਦੇ ਪਿੱਛੇ ਤਾਕਤਾਂ ਸਰਕਾਰਾਂ ਤਾਂ ਨਹੀਂ ਕੰਮ ਕਰ ਰਹੀਆਂ। ਜਿਵੇਂ ਉਹਦੀ ਭੈਣ ਨੇ ਅੱਜ ਜਿਹੜਾ ਉਹ ਐਲੀਗੇਸ਼ਨ ਲਾਏ ਆ ਕਿ ਉਹਨੂੰ ਮਿਹਨਤ ਕਰਕੇ ਉੱਥੇ ਲਿਜਾਇਆ ਗਿਆ ਅਤੇ ਉੱਥੇ ਲਿਜਾ ਕੇ ਉਹਦੇ ਨਾਲ ਇਹ ਸਾਰਾ ਭਾਣਾ ਵਰਤਾਇਆ, ਇਹ ਉਹਦੇ ਵਾਸਤੇ ਬੇਸ਼ੱਕ ਪੰਜਾਬ ਸਰਕਾਰ ਨੇ ਇੱਕ ਸਿੱਟ ਦਾ ਗਠਨ ਕਰ ਦਿੱਤਾ ਹੈਗਾ, ਪਰ ਮੈਂ ਸਮਝਦਾ ਕਿ ਇਹਦੀ ਬੜੀ ਗੰਭੀਰਤਾ ਦੇ ਨਾਲ ਵਾਕਿਆ ਹੀ ਇਹਦੀ ਪੜਤਾਲ ਹੋਣੀ ਚਾਹੀਦੀ ਆ, ਤਾਂ ਕਿ ਕਿਸੇ ਵੀ ਬੰਦੇ ਨੂੰ, ਚਾਹੇ ਉਹ ਗਰੀਬ ਆ, ਅਮੀਰ ਆ, ਕਿਸੇ ਵੀ ਧਰਮ ਦਾ ਆ, ਉਹਦੀ ਜ਼ਰੂਰ ਗੱਲ ਸਾਹਮਣੇ ਆਵੇ। ਨੋ ਡਾਊਟ ਮੇਰਾ ਇਹ ਮੰਨਣਾ ਆ ਕਿ ਜਿਸ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਜਾਂ ਹੋਰ ਜਿਹੜੇ ਧਾਰਮਿਕ ਸਾਡਾ ਹੈਗੇ ਆ, ਉਹਨਾਂ ਦੀ ਬੇਅਦਬੀ ਜਿਹੜੀ ਆ ਉਹ ਹੋਈ ਆ, ਉਹਦੇ ਵਿੱਚ ਵੀ ਇਹ ਅੱਜ ਇੱਕ ਵੱਡੀ ਗੱਲ ਵਾ ਕਿ ਜਦੋਂ ਬੇਅਦਬੀ ਹੋ ਜਾਂਦੀ ਆ ਉਹਦੀ ਸਹੀ ਪੜਚੋਲ ਨਹੀਂ ਹੁੰਦੀ। ਉੱਥੇ ਇਹ ਕਹਿ ਦਿੱਤਾ ਜਾਂਦਾ ਕਿ ਇਹ ਤਾਂ ਜੀ ਮੰਦਬੁੱਧੀ ਸੀ, ਇਹ ਬੰਦਾ ਮਾਨਸਿਕ ਤੌਰ 'ਤੇ ਬਿਮਾਰ ਸੀ, ਅਤੇ ਸਰਕਾਰਾਂ ਨੇ ਅੱਜ ਤੱਕ ਕੋਈ ਜਿਹੜਾ ਰਿਜ਼ਲਟ ਨਹੀਂ ਕੱਢਿਆ। ਇਹ ਗੱਲ ਵੀ ਗੰਭੀਰ ਵਿਸ਼ਾ ਆ ਕਿ ਕਿੰਨੀ ਦੇਰ ਤੱਕ ਆਪਾਂ ਆਪਣੇ ਧਾਰਮਿਕ ਗ੍ਰੰਥਾਂ ਦੀ ਜਿਹੜੀ ਬੇਅਦਬੀ ਆ ਉਹ ਸਹਿਣ ਕਰਾਂਗੇ। ਸੋ ਮੈਂ ਅਖੀਰ ਵਿੱਚ ਇਹੀ ਗੱਲ ਕਹਿਣੀ ਚਾਹੁੰਦਾ ਕਿ ਇਸ ਗੱਲ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਰੇ ਪਾਸਿਆਂ 'ਤੇ ਇਹਦੀ ਪੜਚੋਲ ਕਰਕੇ ਸੱਚਾਈ ਜਿਹੜੀ ਆ ਉਹ ਸਿੱਖ ਕੌਮ ਦੇ ਸਾਹਮਣੇ ਉਹ ਲੈ ਕੇ ਆਉਣੀ ਚਾਹੀਦੀ ਹੈ। ਸਰ, ਜਿਹੜਾ ਇਹ ਸਿੰਘੂ ਬਾਰਡਰ ਤੇ ਲਖਵੀਰ ਸਿੰਘ ਦੇ ਜਿਹੜੀ ਆ ਹੱਤਿਆ ਕੀਤੀ ਗਈ ਜਾਂ ਮਾਰਿਆ ਗਿਆ ਕਿਸਾਨ ਜਿਹੜੇ ਆਪਣੇ ਨਿਹੰਗ ਸਿੰਘਾਂ ਵੱਲੋਂ, ਤੁਸੀਂ ਇਸ ਘਟਨਾ ਨੂੰ ਕਿਸ ਤਰ੍ਹਾਂ ਲੈ ਰਹੇ ਹੋ? ਸਤਿ ਸ਼੍ਰੀ ਅਕਾਲ ਜਨੋਹਾ ਸਾਹਿਬ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਅੰਦੋਲਨ ਚਲਾਇਆ ਜਾ ਰਿਹਾ, ਸਾਡੇ ਆਗੂਆਂ ਵੱਲੋਂ ਬਿਲਕੁਲ ਸ਼ਾਂਤੀਪੂਰਨ ਚਲਾਇਆ ਜਾ ਰਿਹਾ, ਪਰ ਕੁਝ ਅਣਸੁਖਾਵੀਆਂ ਘਟਨਾਵਾਂ ਵੱਡਿਆਂ ਅੰਦੋਲਨਾਂ 'ਚ ਵਾਪਰ ਜਾਂਦੀਆਂ। ਸਾਨੂੰ ਉਹਦਾ ਦੁੱਖ ਵੀ ਬਹੁਤ ਵਾ, ਪਰ ਅਸੀਂ ਆਪਣੇ ਸਾਰੇ ਸਮਰਥਕਾਂ ਨੂੰ ਇਹ ਚਾਹੁੰਦੇ ਆ ਕਿ ਬਿਲਕੁਲ ਸ਼ਾਂਤੀ ਬਣਾਈ ਰੱਖਣ। ਸਰਕਾਰ ਦਾ ਇਹ ਫਰਜ਼ ਵਾ ਕਿ ਜਿਹੜੀ ਵੀ ਕੋਈ ਗਲਤ ਘਟਨਾ ਵਾਪਰਦੀ ਆ, ਆਪ ਸਾਡੇ ਸੰਯੁਕਤ ਕਿਸਾਨ ਮੋਰਚੇ ਦਾ ਪਹਿਲਾਂ ਹੱਲ ਕਰੇ ਸਮੱਸਿਆ ਦਾ, ਤਾਂ ਜੋ ਉੱਥੇ ਅਣਸੁਖਾਵੀਆਂ ਘਟਨਾ ਨਾ ਵਾਪਰਨ ਅਤੇ ਸਾਡੇ ਕਿਸਾਨ ਮਸਲੇ ਦਾ ਜਲਦ ਤੋਂ ਜਲਦ ਹੱਲ ਹੋਵੇ। ਤਲਵੰਤ ਜੀ, ਗੱਲ ਜਿਹੜੀ ਆ ਉੱਥੇ ਸਿੰਘੂ ਬਾਰਡਰ ਤੇ ਜਿਹੜਾ ਕਿਸਾਨਾਂ ਵੱਲੋਂ ਮੋਰਚਾ ਲਗਾਇਆ ਗਿਆ, ਉੱਥੇ ਇਹ ਕਿਸੇ ਇੱਕ ਵਿਅਕਤੀ ਲਖਵੀਰ ਸਿੰਘ ਨਾਂ ਦੇ ਵਿਅਕਤੀ ਵੱਲੋਂ ਉੱਥੇ ਜਿਹੜੀ ਆ ਬੇਅਦਬੀ ਦੀ ਘਟਨਾ ਕੀਤੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਸਰਬਲੋਕ ਗ੍ਰੰਥ ਸਾਹਿਬ। ਇਸ ਸੰਬੰਧ ਵਿੱਚ ਉਹਨੂੰ ਉੱਥੇ ਜਿਹੜੇ ਸਿੰਘ ਸੀਗੇ ਨਿਹੰਗ ਸਿੰਘ, ਉਹਨਾਂ ਨੂੰ ਮਾਰ ਦਿੱਤਾ ਗਿਆ। ਇਸ ਘਟਨਾ ਬਾਰੇ ਤੁਸੀਂ ਕੀ ਕਹਿਣਾ? ਇਹਦੇ ਬਾਰੇ ਵੀ ਮੈਂ ਇਹੀ ਕਹਿ ਸਕਦਾ ਕਿ ਬੇਅਦਬੀ ਦੀਆਂ ਘਟਨਾ ਬਹੁਤ ਦੇਰ ਤੋਂ ਵਾਪਰ ਰਹੀਆਂ, ਸਰਕਾਰੀ ਪਾਸਿਓਂ ਕੋਈ ਇਨਸਾਫ ਨਾ ਮਿਲਣ ਕਰਕੇ ਇੱਦਾਂ ਦੀਆਂ ਹੁਣ ਇਸ ਵੇਲੇ ਜੋ ਉੱਥੇ ਦਾ ਜਿਹੜੀ ਮੇਰੀ ਆਪਣੀ ਜੱਜਮੈਂਟ ਆ, ਉਹ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਅੰਦੋਲਨ ਨੂੰ ਜ਼ਿਆਦਾ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਆ। ਇਸ ਕਰਕੇ ਸਰਕਾਰ ਨੂੰ ਨਿਰਪੱਖ ਜਾਂਚ ਕਰਨੀ ਚਾਹੀਦੀ ਆ। ਸਾਡੀਆਂ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਆ, ਉਹਨਾਂ ਨੂੰ ਵੀ ਆਪਣੇ ਤੌਰ 'ਤੇ ਇਹਦੇ ਸੰਬੰਧ ਵਿੱਚ ਆਪਣਾ ਪੂਰਾ ਦੁਆ ਕਰਨਾ ਚਾਹੀਦਾ, ਪੱਖ ਸਪਸ਼ਟ ਕਰਨਾ ਚਾਹੀਦਾ।
ਸਰ ਤੁਸੀਂ ਹੁਸ਼ਿਆਰਪੁਰ ਹਲਕੇ ਦੇ ਜਿਹੜੇ ਤੁਸੀਂ ਇੱਕ ਅਧਿਆਤਮਵਾਦ ਜਿਹੜੀ ਧਾਰਮਿਕ ਸ਼ਖਸੀਅਤ ਵੀ ਹੋ ਤੇ ਨਾਲ ਦੀ ਨਾਲ ਕਿਸਾਨ ਆਗੂ ਵੀ ਹੋ, ਜਿਹੜੀ ਸਿੰਘੂ ਬਾਰਡਰ ਤੇ ਜਿਹੜੀ ਘਟਨਾ ਵਾਪਰੀ ਲਖਵੀਰ ਸਿੰਘ ਦੇ ਨਿਹੰਗ ਸਿੰਘ ਵਾਲੇ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿਸ ਤਰ੍ਹਾਂ ਲੈ ਰਹੇ ਹੋ ਉਹਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਦਰਤੀ ਤੌਰ ਤੇ ਮੈਂ ਇਹਨਾਂ ਦਿਨਾਂ ਦੇ ਵਿੱਚ ਦਿੱਲੀ ਸਿੰਘੂ ਬਾਰਡਰ ਤੇ ਜਾ ਨਹੀਂ ਸਕਿਆ, ਪਰ ਜੋ ਮੈਂ ਸੋਸ਼ਲ ਮੀਡੀਆ ਰਾਹੀਂ ਖਬਰਾਂ ਰਾਹੀਂ ਸੁਣਿਆ, ਦੇਖੋ ਇੱਕ ਗੱਲ ਨੂੰ ਤਾਂ ਆਪਾਂ ਭਲੀ ਭਾਂਤ ਜਾਣਦੇ ਹਾਂ ਕਿ ਤਕਰੀਬਨ 5-6 ਸਾਲ ਤੋਂ ਜਿਵੇਂ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ, ਇਹ ਕੋਈ ਗਿਣੀ ਮੱਥੀ ਸਾਜ਼ਿਸ਼ ਤਹਿਤ ਸਾਰਾ ਕੁਝ ਹੋ ਰਿਹਾ ਤੇ ਇਹਨਾਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਜਿਹੜੇ ਸਾਡੇ ਕਾਨੂੰਨ ਆ ਉਹਦੇ ਵਿੱਚ ਇੰਨੇ ਕੁ ਲੂਪ ਹੋ ਲਿਆ ਕਿ ਬੰਦਾ ਐਡਾ ਵੱਡਾ ਕੰਮ ਕਰ ਜਾਂਦਾ। ਹੁਣ ਤਾਂ ਤਖਤ ਸਾਹਿਬ ਤੱਕ ਵੀ ਇਦਾਂ ਦੇ ਲੋਕ ਜਿਹੜੇ ਆ ਉਹ ਪਹੁੰਚ ਗਏ। ਇਹ ਸੋਚਣ ਦੀ ਲੋੜ ਆ। ਇਹ ਜੋ ਆਪਾਂ ਸਿੰਘੂ ਬਾਰਡਰ ਵਾਲੀ ਘਟਨਾ ਦੀ ਗੱਲ ਕਰਦੇ ਆ, ਸਾਡੇ ਹਿਸਾਬ ਦੇ ਨਾਲ ਜੇ ਬੰਦਾ ਬੇਅਦਬੀ ਕਰਨ ਗਿਆ ਤੇ ਜੋ ਉਹਦੇ ਨਾਲ ਹੋਇਆ, ਹਾਂ ਜੇ ਕਾਨੂੰਨ ਦੀ ਗੱਲ ਕਰੋ ਤਾਂ ਕਾਨੂੰਨ ਦੇ ਪੱਖੋਂ ਹੋ ਸਕਦਾ ਗਲਤ ਹੋਵੇ, ਪਰ ਜੋ ਇੱਕ ਆਮ ਪਬਲਿਕ ਦੀ ਸੋਚ ਆ, ਸਾਡੀ ਸੋਚ ਆ ਕਿ ਜਦੋਂ ਤੱਕ ਇਹਨਾਂ ਲੋਕਾਂ ਨੂੰ ਇਦਾਂ ਦੀਆਂ ਸਜ਼ਾਵਾਂ ਨਹੀਂ ਮਿਲਣਗੀਆਂ, ਇਹ ਲੋਕ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਘਾਤਕ ਇਦਾਂ ਦੀਆਂ ਛਾਛਾਂ ਰਚਣਗੇ। ਪਰ ਜੋ ਮੈਂ ਕਹਿਣਾ ਚਾਹੁੰਦਾ ਆ, ਮੇਰੀ ਇਹ ਆ ਕਿ ਉਸ ਬੰਦੇ ਦੀ ਇਕੱਲੇ ਦੀ ਸੋਚ ਨਹੀਂ ਹੋ ਸਕਦੀ। ਜਿਹੜੀਆਂ ਏਜੰਸੀਆਂ ਕਰਾਉਂਦੀਆਂ ਇਹਦੀ ਇੱਕ ਉੱਚ ਪੱਧਰੀ ਜਾਂਚ, ਇਹ ਮੌਜੂਦਾ ਜੱਜ ਜਿਹੜੇ ਸੁਪਰੀਮ ਕੋਰਟ ਦੇ ਜਾਂ ਕੋਈ ਵੀ ਇਦਾਂ ਦੇ ਜਿਹੜੇ ਜੱਜ ਆ, ਇਹਦੀ ਤਹਿ ਤੱਕ ਜਾਣ ਦੀ ਲੋੜ ਆ। ਇਹ ਨਹੀਂ ਤਾਂ ਇਹ ਬੇਅਦਬੀਆਂ ਜਿਹੜੀਆਂ ਆ ਇਸੇ ਤਰ੍ਹਾਂ ਹੁੰਦੀਆਂ ਰਹਿਣਗੀਆਂ ਤੇ ਜਿਹੜੀਆਂ ਇੱਕ ਦੂਜੇ ਨਾਲ ਸਾਡੇ ਪਾੜੇ ਜਿਹੜੇ ਆਪਸ ਵਿੱਚ ਵੱਧਦੇ ਰਹਿਣਗੇ। ਜੇ ਸਰਕਾਰਾਂ ਵੀ ਚਾਹੁੰਦੀਆਂ, ਆਮ ਪਬਲਿਕ ਵੀ ਚਾਹੁੰਦੀ ਆ ਕਿ ਜਿਹੜੀਆਂ ਇਹ ਬੇਅਦਬੀਆਂ ਰੁਕਣੀਆਂ ਚਾਹੀਦੀਆਂ ਤੇ ਸਖਤ ਸਜ਼ਾਵਾਂ ਦੀ ਲੋੜ ਆ। ਜੇ ਸੁਪਰੀਮ ਕੋਰਟ ਨੇ ਵੀ ਮੰਨਿਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਗਤ ਜੋਤ ਆ, ਤੇ ਫਿਰ ਜੇ ਕੋਈ ਬੇਅਦਬੀ ਕਰਦਾ ਤਾਂ ਉਹਨਾਂ ਨੂੰ ਫਿਰ ਕਤਲ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਮੌਤ ਦੀ ਸਜ਼ਾ ਚਾਹੀਦੀ ਆ। ਮੈਂ ਜਿਹੜੀ ਆਪਣੀ ਮੇਰੀ ਸੋਚ ਆ, ਮੈਂ ਕਿਸੇ ਦੀ ਨਹੀਂ ਗੱਲ ਕਰਦਾ, ਮੈਨੂੰ ਚਾਹੇ ਕਿੱਥੇ ਦੀ ਕੋਈ ਟੰਗ ਦੇਵੇ। ਜੋ ਹੋਇਆ, ਜੇ ਬੰਦੇ ਨੇ ਬੇਅਦਬੀ ਕੀਤੀ ਆ, ਫਿਰ ਜੋ ਉਹਨਾਂ ਹੋਇਆ ਜਾਇਜ਼ ਹੋਇਆ। ਜਦੋਂ ਤੱਕ ਇਦਾਂ 2-4 ਥਾਈਂ ਇਦਾਂ ਦੇ ਲੋਕਾਂ ਦੇ ਨਾਲ ਇਦਾਂ ਦੀ ਗੱਲ ਨਹੀਂ ਹੋਊਗੀ, ਉਦੋਂ ਤੱਕ ਬੇਅਦਬੀਆਂ ਨਹੀਂ ਰੁਕਣੀਆਂ। ਇਹ ਮੇਰੀ ਸੋਚ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਤਲਬ ਜਿਹੜਾ ਪਿਛਲੇ ਦਿਨੀ ਸਿੰਘੂ ਬਾਰਡਰ ਤੇ ਲਖਵੀਰ ਸਿੰਘ ਨਾਮਕ ਵਿਅਕਤੀ ਨੂੰ ਨਿਹੰਗ ਸਿੰਘਾਂ ਵੱਲੋਂ ਜਿਹੜਾ ਮਤਲਬ ਅੰਗ ਕੱਟ ਕੇ ਜਾਂ ਜੋ ਵੀ ਕਰਕੇ ਉਹਨੇ ਜਿਹੜਾ ਮਾਰ ਦਿੱਤਾ ਗਿਆ, ਉਸ ਘਟਨਾ ਨੂੰ ਤੁਸੀਂ ਕਿਸ ਤਰ੍ਹਾਂ ਲੈ ਰਹੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਵੀ ਘਟਨਾ ਵਾਪਰੀ ਹੈ, ਦੇਖੋ ਜੇ ਤਾਂ ਬੇਅਦਬੀ ਦੀ ਘਟਨਾ ਤਾਂ ਜੋ ਵੀ ਉਹਨੇ ਨਿਹੰਗ ਜਥੇਬੰਦੀਆਂ ਨੇ ਕੀਤਾ ਬਿਲਕੁਲ ਜਾਇਜ਼, ਕਿਉਂਕਿ ਇਹ ਸਾਡੇ ਧਾਰਮਿਕ ਗ੍ਰੰਥ ਨੇ, ਇਹ ਸਾਡੇ ਜੀਵਤ ਗੁਰੂ ਆ। ਕਿਉਂਕਿ ਸੰਯੁਕਤ ਮੋਰਚੇ ਨੂੰ ਮੈਂ ਗੱਲ ਕਹਿਣਾ ਚਾਹੂੰਗਾ ਕਿ ਉਹ ਵੀ ਇੱਦਾਂ ਦੇ ਆਪਣਾ ਧਿਆਨ ਜਿਹੜਾ ਹੈ ਤਿੰਨੇ ਕਾਨੂੰਨ ਰੱਦ ਕਰਾਉਣ 'ਚ ਰੱਖੇ। ਇੱਦਾਂ ਦੇ ਵਿਚਾਰਾਂ ਵਿੱਚ ਆਪਣਾ ਧਿਆਨ ਨਾ ਪਾਵੇ ਜਿਹਦੇ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਦੀ ਹੋਵੇ। ਕਿਉਂਕਿ ਜਦੋਂ ਉਹਨਾਂ ਵੱਲੋਂ ਵੀ ਇਹਨੂੰ ਧਾਰਮਿਕ ਗ੍ਰੰਥ ਹੀ ਇਕੱਲਾ ਕਿਹਾ ਜਾਂਦਾ ਤਾਂ ਉਹ ਧਾਰਮਿਕ ਭਾਵਨਾ ਨਾਲ ਹੁੰਦਾ, ਕਿਉਂਕਿ ਧਾਰਮਿਕ ਗ੍ਰੰਥ ਤਾਂ ਬਹੁਤ ਆ, ਪਰ ਸਾਰੇ ਧਾਰਮਿਕ ਗ੍ਰੰਥਾਂ ਦੇ ਨਾ ਤਾਂ ਪ੍ਰਕਾਸ਼ ਹੁੰਦੇ ਆ ਤੇ ਨਾ ਹੀ ਸੌਗਾਤਾਂ ਹੁੰਦੀਆਂ, ਤੇ ਨਾ ਹੀ ਉਹਨਾਂ ਨੂੰ ਕਾਨੂੰਨ ਦੇ ਮੁਤਾਬਕ ਜੀਵਤ ਦੀ ਉਪਾਧੀ ਮਿਲੀ ਹੈ। ਤੇ ਨਾ ਵੀ ਮਿਲੀ ਹੋਵੇ, ਸਾਡੇ ਗੁਰੂ ਨੂੰ ਇਹ ਉਪਾਧੀ ਦੇ ਗਏ ਆ ਕਿ ਗੁਰੂ ਮਾਨਿਓ ਗ੍ਰੰਥੀ, ਜਦੋਂ ਉਹਨਾਂ ਨੇ ਕਿਹਾ ਪ੍ਰਗਟ ਗੁਰੂਆਂ ਦੀ ਦੇਹ, ਗੁਰਾਂ ਦੀ ਦੇਹ ਸਮਝ ਕੇ ਗੁਰੂ ਨੂੰ ਜਿਹੜਾ ਉਹ ਸਮਝਣਾ। ਤੇ ਦੂਜੀ ਗੱਲ, ਨਿਹੰਗਾਂ ਦੀ ਇੱਕ ਗੱਲ ਮੈਨੂੰ ਖਟਕੀ ਆ, ਉਹ ਅਕਾਲ ਪੁਰਖ ਦੀ ਜਿਹੜੇ ਆ ਸਿਪਾਹੀ, ਅਕਾਲ ਪੁਰਖ ਦੇ ਸਿਪਾਹੀ ਜਿਹੜੇ ਆ, ਉਹਨਾਂ ਨੇ ਇਹ ਨਹੀਂ ਦੇਖਣੇ ਕਿ ਮੁਰੇ ਹਕੂਮਤ ਦੇ ਸਿਪਾਹੀ ਆ, ਜ਼ਬਰ ਜ਼ੁਲਮ ਦਾ ਉਹਨਾਂ ਨੇ ਖਾਤਮਾ ਕਰਨਾ। ਉਹਨਾਂ ਨੇ ਜਿਹੜਾ ਸਰੈਂਡਰ ਕੀਤਾ, ਉਹ ਮੈਨੂੰ ਸਿਰਫ ਗੱਲ ਖਟਕੀ, ਕਿਉਂਕਿ ਹੋ ਸਕਦਾ ਉਦੋਂ ਕੋਈ ਹਾਲਾਤ ਇੱਦਾਂ ਦੇ ਹੋਣ, ਜੇ ਅਕਾਲ ਪੁਰਖ ਦੇ ਸਿਪਾਹੀ ਦੂਜੀਆਂ ਫੌਜਾਂ ਦਾ ਸਿੱਧਾ ਮੁਕਾਬਲਾ ਕਰਨ ਦੇ ਯੋਗ ਨਾ ਹੋਣ ਤਾਂ ਗਰੀਲਾ ਯੁੱਧ ਕਰ ਸਕਦੇ ਆ। ਸਰੈਂਡਰ ਕਰਨਾ ਜਿਹੜਾ ਹੈ ਉਹ ਅਕਾਲ ਪੁਰਖ ਦੇ ਸਿਪਾਹੀਆਂ ਨੂੰ ਸ਼ੋਭਾ ਨਹੀਂ ਦਿੰਦਾ। ਤੇ ਪੰਜਾਬ ਦੇ ਵਿੱਚ ਮੈਂ ਕਹਿੰਦਾ ਕਿ ਐਵੇਂ ਇੱਕ ਜਾਣ ਕੇ ਇਹ ਗੱਲ ਛੇੜੀ ਜਾ ਰਹੀ ਆ ਲੋਕਾਂ ਦੇ ਵਿੱਚ ਪਾੜ ਪਾਉਣ ਦੀ, ਭੇਦ ਪਾਉਣ ਦੀ, ਕਿਉਂਕਿ ਸਰਕਾਰਾਂ ਸ਼ੁਰੂ ਤੋਂ ਜਦੋਂ ਤੋਂ ਹੋਣ ਚਾਹੀਆਂ, ਇਹਨਾਂ ਦਾ ਮੇਨ ਇਹੀ ਹੁੰਦਾ ਹੈ ਸਾਮ ਦਾਮ ਦੰਡ ਔਰ ਭੇਦ ਦੀ ਨੀਤੀ। ਭੇਦ ਦੀ ਨੀਤੀ ਤੇ ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਸਿਰਜ ਰਿਹਾ ਨੈਗੇਟਿਵ ਪੱਖ ਬਾਰ-ਬਾਰ ਪੰਜਾਬ ਦੇ ਵਿੱਚ ਆ ਰਿਹਾ। ਕੁਝ ਉੱਦਾਂ ਦੇ ਜਿਹੜੇ ਧਾਰਮਿਕ ਸੰਸਥਾਵਾਂ ਦੇ ਮੁਖੀ ਬਣੇ ਹੋਏ ਉਹ ਵੀ ਇਹਦੇ ਬਾਰੇ ਗਲਤ ਪ੍ਰਚਾਰ ਕਰ ਰਹੇ ਆ, ਚਾਹੇ ਉਹਨਾਂ ਚੋਂ ਢੱਡਰੀਆਂ ਵਾਲਾ, ਚਾਹੇ ਕੋਈ ਹੋਰ ਆ।
ਇਹ ਇੱਦਾਂ ਦਾ ਕੁਝ ਨਹੀਂ ਕਰਨਾ ਚਾਹੀਦਾ, ਕਿਉਂਕਿ ਜਿੱਥੇ ਮਾਮਲਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆ ਜਾਏ ਉੱਥੇ ਯਤਨ ਇਹੀ ਕਰਨਾ ਚਾਹੀਦਾ, ਚੁੱਪ ਰਹਿਣਾ ਚਾਹੀਦਾ। ਤੇ ਜਿਹੜਾ ਦਲਿਤ ਪੱਤਾ ਵੀ ਖੇਡ ਰਹੀ ਹੈ ਮਾਇਆਵਤੀ, ਉਹ ਵੀ ਇੱਥੇ ਪੂਰਾ ਨਹੀਂ, ਕਿਉਂਕਿ ਪੰਜਾਬੀ ਜਿਹੜੇ ਉਹ ਸਾਰੇ ਭਰਾ ਆ। ਪੰਜਾਬ ਦੇ ਵਿੱਚ ਕੋਈ ਊਚ ਨੀਚ ਨਹੀਂ, ਗੁਰੂਆਂ ਨੇ ਊਚ ਨੀਚ ਸਾਰੀ ਖਤਮ ਕਰ ਦਿੱਤੀ ਹੈ। ਤੇ ਜਦੋਂ ਕੋਈ ਅੰਮ੍ਰਿਤ ਛਕ ਲੈਂਦਾ ਉਹ ਖਾਲਸਾ ਬਣ ਜਾਂਦਾ, ਨਾ ਕੋਈ ਜੱਟ ਰਹਿੰਦਾ, ਨਾ ਜਲਾਰ ਰਹਿੰਦਾ, ਨਾ ਕੋਈ ਘਾਟ ਰਹਿੰਦਾ। ਤੇ ਉਹ ਜਿਹੜੇ ਪਾੜਨ ਦੀ ਕੋਸ਼ਿਸ਼ ਕਰ ਰਹੇ ਦਲਿਤਾਂ ਨੂੰ ਪੰਜਾਬ ਦੇ ਵਿੱਚ, ਉਹਦੇ ਵਿੱਚੋਂ ਬੁਰੀ ਤਰ੍ਹਾਂ ਫੇਲ ਆ, ਕਿਉਂਕਿ ਪੰਜਾਬ ਦੇ ਵਿੱਚ ਦਲਿਤ ਸ਼ਬਦ ਹੀ ਨਹੀਂ ਵਰਤਿਆ ਜਾਂਦਾ ਤੇ ਸਾਰਿਆਂ ਨੂੰ ਆਪਣੇ ਪੰਜਾਬੀ ਭਰਾ ਹੀ ਸਮਝਿਆ ਜਾਂਦਾ। ਤੇ ਜੇ ਕੋਈ ਹੋਵੇ ਵੀ ਤੇ ਇਹਦੇ ਨਾਲ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਹੱਕ ਨਹੀਂ ਮਿਲਦਾ। ਤੇ ਅਖੀਰ ਮੈਂ ਇਹੀ ਕਹੂੰਗਾ ਕਿ ਸਾਡੇ ਜਿੰਨੇ ਪ੍ਰਚਾਰਕ ਵੀਰ ਆ ਜਾਂ ਹੋਰ ਆ, ਉਹਨਾਂ ਨੂੰ ਇਸ ਵਿਸ਼ੇ ਤੇ ਬਹੁਤਾ ਨਹੀਂ ਇਸ ਵਿਸ਼ੇ ਨੂੰ ਤੋਲ ਦੇਣੀ ਚਾਹੀਦੀ, ਕਿਉਂਕਿ ਸਰਕਾਰਾਂ ਤਾਂ ਚਾਹੁੰਦੀਆਂ ਹੈ ਕਿ ਜਿਹੜਾ ਲਖੀਮਪੁਰ ਕਾਂਡ ਹੋਇਆ ਕੁੜੀ ਦਾ, ਉਹਦੇ ਵੱਲੋਂ ਲੋਕਾਂ ਦਾ ਧਿਆਨ ਹਟਾ ਕੇ ਇਹ ਲਖਬੀਰ ਵੱਲ ਪਾ ਦੇਈਏ, ਕਿਉਂਕਿ ਉਹਦੇ ਵਿੱਚ ਨਾ ਤਾਂ ਅਜੇ ਤੱਕ ਉਹਨਾਂ ਨੇ ਅਸ਼ੀਸ਼ ਮਿਸ਼ਰਾ ਨੂੰ ਹਟਾਇਆ, ਨਾ ਅਜੇ ਤੱਕ 302 ਦੀ ਧਾਰਾ ਲਾਈ ਉੱਤੇ ਜਿਹੜਾ ਇੱਕ ਐਕਸੀਡੈਂਟ ਦਾ ਪਾਇਆ। ਸਾਡਾ ਧਿਆਨ ਸਿਰਫ ਉਹਦੇ ਵੱਲ ਹੋਣਾ ਚਾਹੀਦਾ ਹੈ, ਨਾ ਕਿ ਲਖਬੀਰ ਵੱਲ। ਮੈਂ ਫਿਰ ਸਾਰਿਆਂ ਨੂੰ ਇੱਕ ਵਾਰ ਅਪੀਲ ਕਰੂੰਗਾ ਪੰਜਾਬ ਦੇ ਜਿੰਨੇ ਬੁੱਧੀਜੀਵੀ ਹੈ ਕਿ ਉਹਨਾਂ ਨੂੰ ਆਪਣਾ ਧਿਆਨ ਲਖਬੀਰ ਦੀ ਬਜਾਏ ਲਖਬੀਰਪੁਰ ਖੀਰੀ ਦੀ ਘਟਨਾ ਵੱਲ ਲਾਉਣਾ ਚਾਹੀਦਾ, ਜੋ ਕਿ ਜ਼ਰੂਰੀ ਹੈ, ਨਾ ਕਿ ਲੋਕਾਂ ਦਾ ਰਾਹ ਭਟਕਾਉਣ ਲਈ ਜਾਂ ਉਹਨਾਂ ਦਾ ਆਪਣੇ ਨਿਸ਼ਾਨੇ ਤੋਂ ਕੱਢਣ ਲਈ ਜਾਂ ਧਿਆਨ ਹੋਰ ਪਾਸੇ ਭੰਗਣ ਲਈ, ਮੋਰਚੇ ਨੂੰ ਕਮਜ਼ੋਰ ਕਰਨ ਲਈ ਹੋਰ ਪਾਸੇ ਧਿਆਨ ਨਹੀਂ ਲਾਉਣਾ ਚਾਹੀਦਾ। ਤੇ ਸਾਰੇ ਆਮ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਜਦੋਂ ਵੀ ਕਿਤੇ ਸੰਯੁਕਤ ਮੋਰਚੇ ਵੱਲੋਂ ਅਪੀਲ ਆਉਂਦੀ ਹੈ ਕੋਈ, ਤੇ ਦਿੱਲੀ ਪਹੁੰਚਿਆ ਕਰੋ, ਕਿਉਂਕਿ ਇਹ ਮੋਰਚੇ ਨੂੰ ਉਠਾ ਕੇ ਭੰਗ ਕਰਕੇ ਇਹ ਸਾਰਾ ਕੁਝ ਅੱਗੇ ਹੀ ਤਾਂ ਜਾ ਰਿਹਾ ਕਿ ਹੌਲੀ ਹੌਲੀ ਲੋਕ ਇਹ ਮੋਰਚੇ ਨਾਲ ਉਹਨਾਂ ਦਾ ਪਿਆਰ ਮੋਹ ਜਿਹੜਾ ਘਟੇ ਤੇ ਲੋਕਾਂ ਦੀ ਉੱਥੇ ਗਿਣਤੀ ਘਟੇ, ਤਾਂ ਜਿਹੜੇ ਸੰਗਠਨਾਂ ਦੇ ਮੁਖੀ ਉਹ ਵਾਪਸ ਵੀ ਆਉਣ। ਉਹ ਜੇ ਪੂਰੀ ਤਰ੍ਹਾਂ ਨਾ ਵੀ ਇਮਾਨਦਾਰ ਹੋਣ, ਸਾਡਾ ਫਰਜ਼ ਬਣਦਾ ਕਿ ਅਸੀਂ ਉੱਥੇ ਜਾ ਕੇ ਪਹਿਰਾ ਦਈਏ ਕਿ ਉਹਨਾਂ ਨੂੰ ਸਾਡੇ ਜਿਹੜੇ ਮੋਰਚਿਆਂ ਦੇ ਲੀਡਰ ਆ, ਆਗੂ ਆ, ਉਹਨਾਂ ਨੂੰ ਬਿੱਲ ਰੱਦ ਕਰਵਾਏ ਤੋਂ ਬਗੈਰ ਵਾਪਸ ਆਉਣ ਤੋਂ ਬਗੈਰ ਹੋਰ ਕੋਈ ਚਾਰਾ ਨਾ ਰਹੇ। ਧੰਨਵਾਦ। ਡਾਕਟਰ ਸਾਹਿਬ, ਪਿਛਲੇ ਦਿਨੀ ਸਿੰਘੂ ਬਾਰਡਰ ਤੇ ਨਿਹੰਗ ਸਿੰਘਾਂ ਵੱਲੋਂ ਇੱਕ ਲਖਵੀਰ ਨਾਮਕ ਵਿਅਕਤੀ ਦਾ ਬੇਅਦਬੀ ਕਰਨ ਦੇ ਦੋਸ਼ ਦੇ ਵਿੱਚ ਉਹਨਾਂ ਮੁਤਾਬਕ ਜਿਹੜਾ ਉਹਦੀ ਹੱਤਿਆ ਕਰ ਦਿੱਤੀ ਹੈ। ਤੁਸੀਂ ਇਸ ਘਟਨਾ ਨੂੰ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਕਿਸ ਤਰ੍ਹਾਂ ਲੈ ਰਹੇ ਹੋ? ਇਹ ਬੜੀ ਮੰਦਭਾਗੀ ਘਟਨਾ ਸੀਗੀ। ਇੱਦਾਂ ਦੀਆਂ ਘਟਨਾਵਾਂ ਸਮਾਜ ਲਈ ਬੜੀਆਂ ਦੁਖਦਾਈ ਹੁੰਦੀਆਂ ਔਰ ਜਿਨ੍ਹਾਂ ਦੇ ਕਰਕੇ ਸਮਾਜ 'ਚ ਸ਼ਾਂਤੀ ਫੈਲਦੀ ਆ। ਮੈਂ ਇਹੀ ਕਹਾਂਗਾ ਵੀ ਜੋ ਵੀ ਹੋਇਆ ਮਾੜਾ ਹੋਇਆ। ਜੇ ਕੋਈ ਕਿਸੇ ਦੀ ਵੀ ਹੱਤਿਆ ਹੋਣੀ ਮਾੜੀ ਗੱਲ ਆ। ਜੇ ਕੋਈ ਇੱਦਾਂ ਦੀ ਗੱਲ ਸੀ ਤੇ ਕਾਨੂੰਨ ਦੇ ਹਿਸਾਬ ਨਾਲ, ਭਾਰਤ ਕਾਨੂੰਨ ਦੇ ਹਿਸਾਬ ਨਾਲ ਚੱਲਦਾ, ਉਹਨੂੰ ਕਾਨੂੰਨ ਦੇ ਹਵਾਲੇ ਕੀਤਾ ਜਾ ਸਕਦਾ ਸੀ। ਔਰ ਸਾਡੇ ਸੰਵਿਧਾਨ 'ਚ ਜੇ ਕੋਈ ਗੁਰੂ ਮਹਾਰਾਜ ਦੀ ਬੇਅਦਬੀ ਕਰਦਾ ਜਾਂ ਹੋਰ ਕੋਈ ਇੱਦਾਂ ਦਾ ਕੰਮ ਕਰਦਾ ਤੇ ਉਹਦੇ ਲਈ ਪ੍ਰਾਵਧਾਨ ਹੈ ਸਜ਼ਾ ਦਾ, ਉਹਨੂੰ ਸਜ਼ਾ ਦਿੱਤੀ ਜਾ ਸਕਦੀ ਸੀ। ਪਰ ਇਹ ਜੋ ਹੋਇਆ ਮਾੜਾ ਹੋਇਆ। ਇੱਦਾਂ ਦੀਆਂ ਜਿਹੜੀਆਂ ਨਿਰਮਲ ਹੱਤਿਆਵਾਂ ਇਹ ਸਮਾਜ ਲਈ ਇੱਕ ਵਾਤਾਵਰਨ ਬਣਾਉਂਦੀਆਂ ਡਰਦਾ ਔਰ ਇੱਦਾਂ ਦੇ ਵਾਤਾਵਰਨ ਨਾਲ ਸਮਾਜ 'ਚ ਸ਼ਾਂਤੀ ਫੈਲਣ ਦਾ ਡਰ ਬਣਿਆ ਰਹਿੰਦਾ, ਜਿਹਨੂੰ ਸਾਨੂੰ ਸਾਰਿਆਂ ਨੂੰ ਰਲ ਕੇ ਇਹਨਾਂ ਦੀਆਂ ਘਟਨਾਵਾਂ ਨੂੰ ਰੋਕਣਾ ਚਾਹੀਦਾ, ਨਹੀਂ ਹੋਣੀਆਂ ਚਾਹੀਦੀਆਂ। ਸਰ, ਪਿਛਲੇ ਦਿਨੀ ਸਿੰਘੂ ਬਾਰਡਰ ਤੇ ਇੱਕ ਲਖਵੀਰ ਸਿੰਘ ਨਾਮੀ ਵਿਅਕਤੀ ਨੂੰ ਜਿਹੜਾ ਬੇਅਦਬੀ ਕਰਨ ਦੇ ਰੂਪ ਦੇ ਵਿੱਚ ਨਿਹੰਗ ਸਿੰਘਾਂ ਵੱਲੋਂ ਬੁਰੀ ਤਰ੍ਹਾਂ ਮਾਰ ਦਿੱਤਾ ਗਿਆ, ਉਹਦੇ ਘਟਨਾ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ? ਐਕਚੁਅਲੀ ਜਿਹੜਾ ਸਿੰਘੂ ਬਾਰਡਰ ਦੇ ਉੱਪਰ ਜੋ ਇਹ ਦਰਦਨਾਕ ਘਟਨਾ ਹੋਈ ਆ, ਇਹ ਇਨਸਾਨੀਅਤ ਨੂੰ ਬਹੁਤ ਹੀ ਢਾਹ ਲਾਉਣ ਵਾਲੀ ਜਿਹੜੀ ਆ ਹਰਕਤ ਹੋਈ ਆ। ਇਹਦੀ ਮੈਂ ਕਠੋਰ ਨਿੰਦਾ ਕਰਦਾ ਆ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀਗਾ। ਐਜ਼ ਪਰ ਆਵਰ ਕਨਸਟੀਟਿਊਸ਼ਨਲ ਰਾਈਟ ਟੂ ਲਿਵ ਇੱਕ ਫੰਡਾਮੈਂਟਲ ਰਾਈਟ ਹੈਗਾ ਆ, ਹਰ ਇਨਸਾਨ ਨੂੰ ਜੀਣ ਦਾ ਹੱਕ ਹੈਗਾ ਆ। ਨਾਲ ਦੀ ਨਾਲ ਜੋ ਸਾਡੇ IPC ਦੇ ਵਿੱਚ, ਇੰਡੀਅਨ ਪੈਨਲ ਕੋਡ ਦੇ ਵਿੱਚ ਪ੍ਰਾਵਧਾਨ ਹੈਗਾ, ਸਾਡਾ ਕਾਨੂੰਨ ਬਹੁਤ ਹੀ ਰਿਜਿਡ ਹੈਗਾ ਆ। ਇਹਦੇ ਵਿੱਚ ਅਗਰ ਕੋਈ ਬੰਦਾ ਗਲਤੀ ਕਰਦਾ ਆ, ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਆ, ਉਹਦੇ ਵਿੱਚ ਬਹੁਤ ਸਖਤ ਸਜ਼ਾਵਾਂ ਹੈਗੀਆਂ ਆ। ਅਗਰ ਜੇ ਕਿਸੇ ਬੰਦੇ ਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਸੀ ਤੇ ਉਸ ਬੰਦੇ ਲਈ ਬੜਾ ਵਧੀਆ, ਬੜਾ ਸਾਡੇ IPC ਦੇ ਮੁਤਾਬਕ ਉਹਨੂੰ ਪਨਿਸ਼ ਕੀਤਾ ਜਾ ਸਕਦਾ ਸੀਗਾ। ਤੇ ਕਾਨੂੰਨ ਨੂੰ ਹੱਥ 'ਚ ਲੈਣਾ ਜਿਹੜਾ ਆ ਉਹ ਗਲਤ ਹੈਗਾ ਆ। ਕਿਸੇ ਦੀ ਭਾਵਨਾਵਾਂ ਨੂੰ, ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਉਣਾ ਉਹ ਵੀ ਗਲਤ ਆ। ਤੇ ਮੈਂ ਇਹ ਸਮਝਦਾ ਆ ਕਿ ਜੋ ਸਿੰਘੂ ਬਾਰਡਰ ਤੇ ਜੋ ਹੋਇਆ ਉਹ ਬਹੁਤ ਹੀ ਗਲਤ ਹੈ। ਉਹਦੇ ਪਿੱਛੇ ਕੋਈ ਨਾ ਕੋਈ, ਮੈਨੂੰ ਜੋ ਲੱਗ ਰਿਹਾ ਹੈ ਕਿ ਕੋਈ ਤਗੜੀ ਸਾਜ਼ਿਸ਼ ਦੀ ਬੋ ਆਉਂਦੀ ਆ
ਤੇ ਉਹ ਸਾਜ਼ਿਸ਼ ਵੀ ਪਰਦਾਫਾਸ਼ ਹੋਣੀ ਚਾਹੀਦੀ ਆ, ਪੂਰੀ ਦੁਨੀਆ ਦੇ ਸਾਹਮਣੇ ਜਗ ਜ਼ਾਹਰ ਹੋਣੀ ਚਾਹੀਦੀ ਆ ਤੇ ਉਹ ਜਿਹੜਾ ਪਰਿਵਾਰ ਪਿੱਛੇ ਹੈ ਉਹਨੂੰ ਇਨਸਾਫ ਮਿਲਣਾ ਚਾਹੀਦਾ ਆ। ਤੇ ਜੇ ਸਿੱਖੀ ਦੇ ਧਰਮ ਦੇ ਸਿੱਖ ਧਰਮ ਦੇ ਖਿਲਾਫ ਕੋਈ ਗੱਲ ਹੋਈ ਆ ਉਸ ਦਾ ਵੀ ਨਿਆਂ ਹੋਣਾ ਚਾਹੀਦਾ ਹੈ। ਤੇ ਅੱਜ ਦੇ ਵਿੱਚ ਅੱਜ ਦੇ ਹਾਲਾਤਾਂ ਮੁਤਾਬਕ ਇਸ ਐਪੀਸੋਡ ਨੂੰ ਬੜਾ ਸੀਰੀਅਸ ਇਸ਼ੂ ਹੈਗਾ ਆ। ਦੁਨੀਆ ਨੂੰ ਇੱਕ ਦਿਖਾਉਣ ਦੀ ਲੋੜ ਹੈਗੀ ਆ ਕਿ ਸਾਡਾ ਜਿਹੜਾ ਆ ਕਾਨੂੰਨ ਵਿਵਸਥਾ ਜਿਹੜੀ ਆ ਬਹੁਤ ਵਧੀਆ ਹੈਗੀ ਆ। ਅਗਰ ਇਸ ਕੇਸ ਦੀ ਫੇਅਰ ਇਨਵੈਸਟੀਗੇਸ਼ਨ ਹੋਣੀ ਹੋਵੇ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕਦਾ ਆ। ਤੇ ਮੈਂ ਇਹ ਆਸ ਕਰਦਾ ਆ ਕਿ ਸਾਨੂੰ ਸਾਰਿਆਂ ਨੂੰ ਇਸ ਇਸ਼ੂ ਨੂੰ ਇਸ ਇੰਨੇ ਸੈਂਸਿਟਿਵ ਇਸ਼ੂ ਨੂੰ ਬੜੇ ਤਰੀਕੇ ਨਾਲ ਸਰਕਾਰਾਂ ਨੂੰ ਹੱਲ ਕਰਨਾ ਚਾਹੀਦਾ ਹੈ ਤੇ ਜਲਦ ਤੋਂ ਜਲਦ ਇਹ ਹੱਲ ਹੋਣਾ ਚਾਹੀਦਾ ਹੈ। ਤੇ ਜੋ ਵੀ ਇਹਦੇ ਮਗਰ ਕਲਪਰੇਟਸ ਹੈਗੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਆ ਇਸ ਪਰ ਲਾਅ ਮਿਲਣੀ ਚਾਹੀਦੀ ਹੈ। ਸਰ, ਪਿਛਲੇ ਦਿਨੀ ਸਿੰਘੂ ਬਾਰਡਰ ਤੇ ਜਿਹੜਾ ਆ ਲਖਵੀਰ ਸਿੰਘ ਨਾਮਕ ਵਿਅਕਤੀ ਨੂੰ ਬੇਅਦਬੀ ਕਰਨ ਦੇ ਰੂਪ ਦੇ ਵਿੱਚ ਕੁਝ ਸਿੰਘਾਂ ਵੱਲੋਂ ਮਾਰ ਦਿੱਤਾ ਗਿਆ, ਉਹਦੀ ਹੱਤਿਆ ਕਰ ਦਿੱਤੀ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿਸ ਤਰ੍ਹਾਂ ਲੈ ਰਹੇ ਹੋ? ਦੇਖੋ ਜਨੋਹਾ ਜੀ, ਗੱਲ ਇਹ ਆ ਵੀ ਮੈਂ ਕਿਉਂਕਿ ਖੁਦ ਇੱਕ ਕਾਨੂੰਨ ਦਾ ਰਕਸ਼ਕ, ਕਾਨੂੰਨ ਦਾ ਰਸਤੇ ਤੇ ਚੱਲਣ ਵਾਲਾ ਖੁਦ ਐਡਵੋਕੇਟ ਹੈ, ਇਸ ਕਰਕੇ ਮੈਂ ਤਾਂ ਉਸ ਨਜ਼ਰੀਏ ਨਾਲ ਇਹਦੇ 'ਚ ਵਿਚਾਰ ਦਊਂਗਾ ਆਪਣੇ। ਨੋ ਡਾਊਟ ਬੇਅਦਬੀ ਇਟਸੈਲਫ ਵੀ ਅਫੈਂਸ ਹੈ। ਉਹ ਘਟਨਾ ਕੋਈ ਵੀ ਉਸ ਬੰਦਾ ਕੋਈ ਬੇਅਦਬੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ, ਨਿਖੇਧੀ ਕਰਨੀ ਚਾਹੀਦੀ ਹੈ। ਕਿਉਂਕਿ ਮੈਂ ਉਸ ਚੀਜ਼ ਦਾ ਇਹ ਤਾਂ ਨਹੀਂ ਕਹੂੰਗਾ ਕਿ ਬੇਅਦਬੀ ਹੋਈ ਨਹੀਂ ਹੋਈ, ਕਿਉਂਕਿ ਉਹ ਘਟਨਾਕ੍ਰਮ ਉੱਥੇ ਹੋਇਆ, ਮੇਰੇ ਸਾਹਮਣੇ ਤਾਂ ਹੋਇਆ ਨਹੀਂ। ਪਰ ਜੇ ਬੇਅਦਬੀ ਹੋਈ ਵੀ ਹੈ, ਕਾਨੂੰਨ 'ਚ ਪ੍ਰਾਵਧਾਨ ਹੈ ਕਿ ਕਿਸ ਦੋਸ਼ੀ ਨੇ ਕਿਹੜਾ ਅਫੈਂਸ ਕੀਤਾ, ਉਹਨੂੰ ਉਸ ਮੁਤਾਬਕ ਸਜ਼ਾ ਹੋਣੀ ਚਾਹੀਦੀ ਹੈ। ਜੇ ਅਸੀਂ ਖੁਦ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਲਵਾਂਗੇ ਫਿਰ ਸਾਡੇ ਔਰ ਤਾਲਿਬਾਨ ਦੇ ਵਿੱਚ ਕੀ ਫਰਕ ਰਹਿ ਜਾਏਗਾ? ਕਿਉਂਕਿ ਹਰ ਕਾਨੂੰਨ ਦੀ ਜੋ ਜੁਰਮ ਦੀ ਸਜ਼ਾ ਵਾ ਉਹ ਕਿਤਾਬ ਦੇ ਵਿੱਚ ਦਰਸਾਈ ਗਈ ਹੈ, IPC ਦਾ ਨਾਮ ਹੈ ਕਾਨੂੰਨ ਦੇ ਅਨੁਸਾਰ। ਕਿਉਂਕਿ ਦੇਸ਼ ਦੇ ਵਿੱਚ ਇੱਕ ਅਰਾਜਕਤਾ ਫੈਲ ਜਾਵੇਗੀ। ਸਵਾਲ ਇਹਦੇ 'ਚ ਇਹ ਨਹੀਂ ਕਿ ਨਿਹੰਗ ਸਿੰਘ ਕਰ ਰਿਹਾ ਕਿ ਕੌਣ ਕਰ ਰਿਹਾ, ਸਵਾਲ ਹੈ ਕਿ ਦੋਸ਼ੀ ਕੌਣ। ਦੋਸ਼ੀ ਨੂੰ ਸਜ਼ਾ ਤਾਂ ਕਾਨੂੰਨ ਮੁਤਾਬਕ ਜਿਹੜਾ ਬਾਬਾ ਸਾਹਿਬ ਅੰਬੇਦਕਰ ਜੀ ਨੇ ਸੰਵਿਧਾਨ ਬਣਾਇਆ, ਸੰਵਿਧਾਨ ਤੋਂ ਹੀ ਕਾਨੂੰਨ ਬਣਿਆ ਔਰ ਕਾਨੂੰਨ ਦਾ ਰਸਤਾ ਵੀ ਨਹੀਂ ਤਾਂ ਜੱਜ ਵਕੀਲਾਂ ਦੀ ਜ਼ਰੂਰਤ ਹੀ ਕੋਈ ਨਹੀਂ। ਜੇ ਹਰ ਬੰਦੇ ਨੇ ਕਾਨੂੰਨ ਆਪਣੇ ਹੱਥ 'ਚ ਹੀ ਲੈਣਾ ਤੇ ਮੈਂ ਤਾਂ ਇਹ ਕਹੂੰਗਾ ਕਿ ਕਿਸੇ ਨੂੰ ਵੀ ਮੈਂ ਅਪੀਲ ਵੀ ਕਰੂੰਗਾ ਤੁਹਾਡੇ ਥਰੂ ਕਿ ਜਦੋਂ ਕਾਨੂੰਨ ਦਾ ਰਸਤਾ ਹੈ, ਚਾਹੇ ਉਹ ਕੰਪਲੇਨੈਂਟ ਪਾਰਟੀ ਹੈ, ਦੋਸ਼ੀ ਪਾਰਟੀ ਹੈ, ਉਹਨੂੰ ਕਾਨੂੰਨ ਦੇ ਰਸਤੇ ਦੇ ਤਹਿਤ ਹੀ ਆਪਣੇ ਜਿਹੜੇ ਕੋਈ ਵੀ ਆਪਸ ਦੇ ਵਿੱਚ ਡਿਸਪਿਊਟ ਆ ਉਹਨਾਂ ਨੂੰ ਹੱਲ ਕਰਨੇ ਪੈਣਗੇ। ਕਾਨੂੰਨ ਤੋਂ ਬਾਹਰ ਜਾ ਕੇ ਕਰਾਂਗੇ ਤੇ ਮੇਰਾ ਖਿਆਲ ਜੇ ਐਕਚੁਅਲ ਵੀ ਬੇਅਦਬੀ ਉੱਥੇ ਹੋਈ, ਉਹ ਘਟਨਾ ਤਾਂ ਛੋਟੀ ਹੋ ਗਈ। ਤੁਸੀਂ ਉਸ ਘਟਨਾ ਨਾਲ ਉੱਥੇ ਕਤਲ ਕਰਕੇ ਜਿਸ ਤਰ੍ਹਾਂ ਉਹਨੂੰ ਬੰਦੇ ਨੂੰ ਟੰਗ ਦਿੱਤਾ, ਉੱਥੇ ਕੀ ਦਿਖਾਉਣਾ ਚਾਹੁੰਦੇ ਹੋ ਤੁਸੀਂ? ਮੈਂ ਇਸ ਘਟਨਾ ਲਈ ਕੋਈ ਸੰਤੁਸ਼ਟ ਨਹੀਂ ਹਾਂ ਕਿ ਕਾਨੂੰਨ ਦਾ ਰਕਸ਼ਕ ਹੋਣ ਦੇ ਨਾਤੇ ਮੈਂ ਕਹੂੰਗਾ ਕਿ ਇਹ ਘਟਨਾ ਬੜੀ ਦੁਖਾਵੀ ਘਟਨਾ ਹਰ ਪਾਸੇ। ਸਰ, ਪਿਛਲੇ ਦਿਨੀ ਸਿੰਘੂ ਬਾਰਡਰ ਤੇ ਨਿਹੰਗ ਸਿੰਘਾਂ ਵੱਲੋਂ ਬੇਅਦਬੀ ਦੇ ਰੂਪ ਦੇ ਵਿੱਚ ਲਖਵੀਰ ਨਾਮਕ ਵਿਅਕਤੀ ਦਾ ਜਿਹੜਾ ਕਤਲ ਜੇ ਕਰ ਦਿੱਤਾ ਗਿਆ, ਜਿਹੜੀ ਹੱਤਿਆ ਕਰ ਦਿੱਤੀ ਗਈ, ਉਹਦੇ ਵੱਖ-ਵੱਖ ਉੱਡ ਕੇ ਤੁਸੀਂ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਸਮਾਜ ਨੂੰ ਰਿਪਰੈਜ਼ੈਂਟ ਕਰਦੇ, ਇਸ ਘਟਨਾ ਨੂੰ ਕਿਸ ਤਰ੍ਹਾਂ ਲੈ ਰਹੇ ਹੋ ਜੀ? ਦੇਖੋ, ਜਿਹੜਾ ਵੀ ਇਹ ਸਿੰਘੂ ਬਾਰਡਰ ਤੇ ਜਿਹੜੀ ਘਟਨਾ ਹੋਈ ਹੈ ਬਹੁਤ ਹੀ ਮੰਦਭਾਗੀ ਹੈ। ਮੈਂ ਆਪਣੇ ਨਿੱਜੀ ਤੌਰ ਤੇ ਇਹ ਜਿਹੜੇ ਨਿਖੇਧੀ ਕਰਦਾ, ਕਿਉਂਕਿ ਇੱਕ ਸਮਾਜ ਦੇ ਵਿੱਚ, ਜਿਸ ਸਿਵਲ ਸੁਸਾਇਟੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਹਿੰਸਾ, ਉਹਦੀ ਕੋਈ ਜਗ੍ਹਾ ਨਹੀਂ ਹੈ। ਲੇਕਿਨ ਇਹ ਚੀਜ਼ ਨੂੰ ਵੀ ਦੇਖੀਏ ਵੀ ਜਿਹੜੀ ਜੋ ਉਹਨਾਂ ਦਾ ਕਹਿਣਾ ਨਿਹੰਗ ਸਿੰਘਾਂ ਦਾ ਵੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਂ ਸਾਡੇ ਪਾਵਨ ਜਿਹੜੇ ਗੁਰੂਆਂ ਦੀ ਜਿਹੜੀ ਬਾਣੀ ਹੈ ਉਹਦੀ ਬੇਅਦਬੀ ਕਰਨ ਆਇਆ ਸੀ। ਹੁਣ ਉਹਦਾ ਅਜੇ ਪ੍ਰੂਫ ਤਾਂ ਸਾਹਮਣੇ ਅਜੇ ਤੱਕ ਮੀਡੀਆ 'ਚ ਨਹੀਂ ਆਇਆ, ਲੇਕਿਨ ਇੰਨਾ ਜ਼ਰੂਰ ਪ੍ਰੂਫ ਆਇਆ ਵੀ ਬੇਰਹਿਮੀ ਨਾਲ ਉਹਨੂੰ ਮਾਰਿਆ ਗਿਆ, ਘੜੀਸਿਆ ਗਿਆ, ਉਹਦੇ ਹੱਥ ਲੱਤਾਂ ਵੱਢ ਦਿੱਤੇ ਗਏ ਔਰ ਤੜਫਦਿਆਂ ਉਹਨੇ ਆਪਣੀ ਜਾਨ ਦਿੱਤੀ ਹੈ। ਦੇਖਿਆ ਜਾਏ ਤਾਂ ਸਿੱਖਾਂ ਦੀ ਇੱਕ ਜਿਹੜੀ ਪੂਰੇ ਦੇਸ਼ 'ਚ ਨਹੀਂ ਪੂਰੀ ਦੁਨੀਆ 'ਚ ਜਿਹੜੀ ਇੱਕ ਇਮੇਜ ਹੈ ਵੀ ਇਹ ਐਸੀ ਕੌਮ ਆ ਬਿਨਾਂ ਕਿਸੇ ਜਾਤ ਪਾਤ ਧਰਮ ਨੂੰ ਦੇਖੇ ਮਨੁੱਖਤਾ ਦੀ ਸੇਵਾ ਕਰਨ ਲਈ ਹਮੇਸ਼ਾ ਹੀ ਜਿਹੜੀ ਆ ਸਿੱਖ ਕੌਮ ਅੱਗੇ ਆਉਂਦੀ ਰਹੀ ਹੈ। ਜਿੱਥੇ ਵੀ, ਚਾਹੇ ਈਰਾਨ ਹੋਏ, ਇਰਾਕ ਹੋਏ, ਸੁਡਾਨ ਹੋਏ, ਅਫਰੀਕਾ 'ਚ ਹੋਏ, ਕਿਸੇ ਵੀ ਦੇਸ਼ ਵਿੱਚ ਜਦੋਂ ਵੀ ਕੋਈ ਔਕੜ ਆਉਂਦੀ ਹੈ ਉੱਥੇ ਸਭ ਤੋਂ ਪਹਿਲਾਂ ਸਿੱਖ ਕੌਮ ਜਿਹੜੀ ਆ ਉਹ ਮਾਨਵਤਾ ਦੀ ਸੇਵਾ ਲਈ ਪਹੁੰਚਦੀ ਹੈ। ਲੇਕਿਨ ਇਹ ਜਿਹੜੀ ਘਟਨਾ ਹੋਈ ਹੈ ਇਹਦੇ ਨਾਲ ਕਿਤੇ ਨਾ ਕਿਤੇ ਜਿਹੜੀ ਸਿੱਖਾਂ ਦੀ ਜਿਹੜੀ ਛਵੀ ਹੈ ਉਹਨੂੰ ਵੀ ਜਿਹੜਾ ਮਾੜਾ ਅਸਰ ਪਿਆ। ਹੁਣ ਲਈ ਗੱਲ ਜਿਹੜੀ ਹੈ ਹੱਤਿਆ ਕਰਨ ਦੀ, ਮੈਂ ਸਮਝਦਾ ਵੀ ਇਹ ਜਿਹੜਾ ਜਿਸ ਦੀ ਹੱਤਿਆ ਹੋਈ ਹੈ ਲਖਵੀਰ ਦੀ, ਇਹ ਜਸਟ ਇੱਕ ਮੋਹਰਾ ਹੈ।
ਇਹ ਮੋਹਰਾ ਆ ਕਿਸਾਨੀ ਅੰਦੋਲਨ ਨੂੰ ਕਿਤੇ ਨਾ ਕਿਤੇ ਬਦਨਾਮ ਕਰਨ ਨੂੰ। ਇਹ ਸਾਜ਼ਿਸ਼ ਦਾ ਵੱਡਾ ਹਿੱਸਾ ਜੋ ਮੈਨੂੰ ਲੱਗਦਾ। ਹੋ ਸਕਦਾ ਮੈਂ ਗਲਤ ਹੋਵਾਂ, ਲੇਕਿਨ ਤੱਥ ਕਹਿੰਦੇ ਨੇ ਜਦੋਂ ਦੀਪ ਸਿੱਧੂ ਪਹਿਲਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਦਾ ਹੈ, ਉਹਦੀਆਂ ਫੋਟੋਆਂ ਵਾਇਰਲ ਹੁੰਦੀਆਂ ਨੇ। ਫਿਰ 26 ਜਨਵਰੀ ਨੂੰ ਜੋ ਲਾਲ ਕਿਲ੍ਹੇ ਤੇ ਘਟਨਾ ਹੋਈ ਝੰਡਾ ਫਹਿਰਾਉਣ ਦੀ, ਉਹ ਉਸ ਤੋਂ ਬਾਅਦ ਹੋਈ ਹੈ। ਉਹ ਬਾਅਦ ਚੋਂ ਕਲੀਅਰ ਹੋ ਗਿਆ ਵੀ ਇਹ ਦੀਪ ਸਿੱਧੂ ਪਹਿਲਾਂ ਅਮਿਤ ਸ਼ਾਹ ਨੂੰ ਮਿਲ ਕੇ ਆਇਆ ਸੀ। ਹੁਣ ਇਹ ਵੀ ਦੇਖੀਏ, ਜਿਹੜੀ ਲਖਵੀਰ ਦੀ ਵੀ ਜੇ ਗੱਲ ਕਰਦੇ ਜਿਹਨਾਂ ਨਿਹੰਗ ਸਿੰਘਾਂ ਨੇ ਮਾਰਿਆ ਹੈ, ਹੁਣ ਉਹਨਾਂ ਦੀਆਂ ਫੋਟੋਆਂ ਟ੍ਰਿਬਿਊਨ 'ਚ ਜਾਂ ਹੋਰ ਜਿਹੜੀਆਂ ਪੱਤਰਕਾਰਾਂ ਜਾਂ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਵੀ ਉਹ ਬੰਦਾ ਪਹਿਲਾਂ ਦੇਸ਼ ਦਾ ਜਿਹੜਾ ਖੇਤੀਬਾੜੀ ਮੰਤਰੀ ਆ ਉਹਦੇ ਨਾਲ ਬੈਠ ਕੇ ਲੰਚ ਤੇ ਬੈਠ ਕੇ ਉਹਨਾਂ ਨਾਲ ਖਾਣਾ ਖਾ ਕੇ ਆਉਂਦਾ ਪਿਆ। ਉਸ ਤੋਂ ਬਾਅਦ ਇਹ ਘਟਨਾ ਵਾਪਰਦੀ। ਇਹ ਕਿਤੇ ਨਾ ਕਿਤੇ ਕੋਇਨਸੀਡੈਂਸ ਨਹੀਂ ਹੋ ਸਕਦੇ। ਦੋਨੋਂ ਚੀਜ਼ਾਂ ਵਿੱਚ ਇੱਕ ਸਾਜ਼ਿਸ਼ ਨਜ਼ਰ ਆ ਰਹੀ ਹੈ। ਇਸ ਵੇਲੇ ਕੇਂਦਰ ਸਰਕਾਰ ਬੜੀ ਕਸੁੱਤੀ ਫਸੀ ਪਈ ਹੈ। 1 ਸਾਲ ਤੋਂ ਉੱਪਰ ਹੋ ਗਿਆ, ਹਰ ਹੀਲਾ ਵਸੀਲਾ ਸਰਕਾਰ ਨੇ ਕੀਤਾ ਇਸ ਅੰਦੋਲਨ ਨੂੰ ਬਦਨਾਮ ਕਰਨ ਦਾ, ਖਤਮ ਕਰਨ ਦਾ। ਲੇਕਿਨ ਜਿੰਨੀ ਵਾਰੀ ਵੀ ਇਹ ਕੋਸ਼ਿਸ਼ਾਂ ਹੋਈਆਂ, ਉਸ ਤੋਂ ਬਾਅਦ ਕਿਸਾਨ ਅੰਦੋਲਨ ਜਿਹੜਾ ਆ ਉਹ ਹੋਰ ਮਜ਼ਬੂਤ ਹੋ ਕੇ ਬਾਹਰ ਨਿਕਲਿਆ। ਉਹਦਾ ਕਾਰਨ ਇਹੀ ਹੈ ਵੀ ਇਹ ਸ਼ੁਰੂ ਤੋਂ ਹੀ ਜਿਹੜੇ ਕਿਸਾਨ ਦਾ ਸੰਯੁਕਤ ਮੋਰਚਾ ਆ ਉਹ ਹਮੇਸ਼ਾ ਹੀ ਇਸੇ ਗੱਲ ਦੀ ਪੈਰਵੀ ਕਰਦਾ ਰਿਹਾ ਡੇ 1 ਤੋਂ, ਵੀ ਜਦ ਤੱਕ ਅਸੀਂ ਅਮਨ ਕਾਨੂੰਨ ਦੇ ਦਾਇਰੇ ਦੇ ਵਿੱਚ ਰਵਾਂਗੇ, ਸ਼ਾਂਤਮਈ ਰਵਾਂਗੇ ਤਾਂ ਜਿੱਤ ਸਾਡੀ ਹੋਏਗੀ। ਹਿੰਸਾ ਦੇ ਉਹ ਸ਼ੁਰੂ ਤੋਂ ਹੀ ਖਿਲਾਫ ਨੇ। ਤੇ ਜੋ ਨਜ਼ਰ ਆ ਰਿਹਾ ਮੋٹے ਤੌਰ ਤੇ ਇੱਕ ਸਾਜ਼ਿਸ਼ ਦਾ ਵੱਡਾ ਹਿੱਸਾ ਨਜ਼ਰ ਆ ਰਿਹਾ, ਉਹਨੂੰ ਮਾਰਨਾ। ਜੇ ਵਾਕਈ ਜਾਣਨਾ ਚਾਹੁੰਦੇ ਸੀ ਸਾਜ਼ਿਸ਼ ਕਿਹਦੀ ਹੈ ਤਾਂ ਉਹਨੂੰ ਜਿੰਦਾ ਨੂੰ ਫੜਦੇ ਤੇ ਉਹਦੇ ਤੋਂ ਇੰਟੈਰੋਗੇਸ਼ਨ ਲੈ ਕੇ ਪਤਾ ਲੱਗਦਾ ਉਹਦੇ ਨਾਲ ਕੌਣ ਸ਼ਾਮਿਲ ਹੈ। ਉਹਦੀ ਸਿਸਟਰ ਦਾ ਵੀ ਜਿਹੜਾ ਬਿਆਨ ਆਇਆ ਵੀ ਕਹਿੰਦੀ ਸੀ ਵੀ ਕਿਸੇ ਸੰਧੂ ਸਾਹਿਬ ਦੇ ਨਾਲ ਅਟੈਚ ਵਿੱਚ ਹੈਗੇ ਆ। ਤਾਂ ਪੰਜਾਬ ਸਰਕਾਰ ਨੇ ਵੀ ਸਿੱਟ ਬਣਾਤੀ ਸਪੈਸ਼ਲ ਜਿਹੜੀ ਆ ਇਮੀਡੀਏਟਲੀ ਉਹਦੀ ਇਨਵੈਸਟੀਗੇਸ਼ਨ ਵਾਸਤੇ। ਚਲੋ ਉਹ ਵੀ ਬਾਹਰ ਸਾਹਮਣੇ ਆ ਜਾਏਗਾ। ਮਤਲਬ ਕਿਤੇ ਨਾ ਕਿਤੇ ਸਾਜ਼ਿਸ਼ 'ਚ ਕੌਣ ਸ਼ਾਮਿਲ ਹੈ ਉਹ ਤਾਂ ਲਖਵੀਰ ਹੀ ਦੱਸ ਸਕਦਾ ਸੀ ਨਾ ਜ਼ਿਆਦਾ। ਉਹਨੂੰ ਮਾਰ ਕੇ ਸਿਰਫ ਕਿਸਾਨ ਅੰਦੋਲਨ ਨੂੰ ਵੀ ਬਦਨਾਮ ਕੀਤਾ ਗਿਆ, ਸਿੱਖਾਂ ਨੂੰ ਵੀ ਬਦਨਾਮ ਕੀਤਾ ਗਿਆ। ਔਰ ਇਹ ਵੱਡੀ ਪਲਾਨ ਜੋ ਨਜ਼ਰ ਆਉਂਦੀ ਪਈ ਹੈ, ਇਹ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਦੀ, ਉਹਨੂੰ ਬਦਨਾਮ ਕਰਨ ਦੀ, ਕਿਸੇ ਤਰੀਕੇ ਨਾਲ ਅੰਦੋਲਨ ਨੂੰ ਉੱਥੋਂ ਉਠਾਉਣ ਦੀ ਜਿਹੜੀ ਆ ਸਾਜ਼ਿਸ਼ ਦਾ ਇੱਕ ਪਹਿਲੂ ਨਜ਼ਰ ਆਉਂਦਾ ਪਿਆ। ਕਿਉਂਕਿ ਹੁਣ ਅੱਗੇ ਆਉਣ ਵਾਲੀਆਂ ਜਿਹੜੀਆਂ ਯੂਪੀ ਦੀਆਂ ਚੋਣਾਂ ਉਹ ਬੀਜੇਪੀ ਅਫੋਰਡ ਨਹੀਂ ਕਰਦੀ ਵੀ ਕਿਸਾਨੀ ਅੰਦੋਲਨ ਕਰਕੇ ਜਿਸ ਤਰ੍ਹਾਂ ਬੰਗਾਲ ਹਾਰਿਆ ਤਾਂ ਅਸੀਂ ਯੂਪੀ ਵੀ ਹਾਰ ਜਾਈਏ। ਬਾਕੀ ਵਿਚਾਰ ਆਪਣੇ ਨੇ। ਮੈਂ ਤਾਂ ਇਹੀ ਕਹਾਂਗਾ ਵੀ ਜਿਹੜਾ ਇਹ ਘਟਨਾ ਹੋਈ ਹੈ ਬੜੀ ਮੰਦਭਾਗੀ ਹੈ। ਹਿੰਸਾ ਜਿਹੜੀ ਹੈ ਨਹੀਂ ਹੋਣੀ ਚਾਹੀਦੀ ਸੀ ਔਰ ਬਹੁਤ ਵੱਡੀ ਜਿਹੜੀ ਸਾਜ਼ਿਸ਼ ਹੈ ਉਹ ਬੇਨਕਾਬ ਹੁਣ ਰਹਿ ਗਈ। ਜੇ ਉਹਦੀ ਹੱਤਿਆ ਨਾ ਹੋਈ ਹੁੰਦੀ ਤਾਂ ਸ਼ਾਇਦ ਇਸ ਸਾਜ਼ਿਸ਼ ਤੋਂ ਵੀ ਨਕਾਬ ਜਿਹੜਾ ਬਾਹਰ ਨਿਕਲ ਸਕਦਾ ਸੀ। ਸਬਸਕ੍ਰਾਈਬ ਕਰੋ BBC ਪੰਜਾਬ TV ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ।